ਬਰਗਾੜੀ ਵਿਖੇ ਹੋਈ ਬੇਅਦਬੀ ਦੇ ਦੋਸ਼ੀਆਂ ਨੂੰ ਅਜੇ ਤੱਕ ਸਜ਼ਾਵਾਂ ਨਹੀਂ ਮਿਲ ਪਾਇਆ ਅਤੇ ਬਰਗਾੜੀ ਦੇ ਮੁੱਦੇ ਉੱਤੇ ਪੰਜਾਬ ਵਿੱਚ 3 ਸਰਕਾਰਾਂ ਬਦਲ ਗਈਆਂ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਹੱਥ ਵਿੱਚ ਗੁਟਕਾ ਸਾਹਿਬ ਫੜ ਕੇ ਸਹੁੰ ਖਾਧੀ ਗਈ ਸੀ ਕਿ ਉਹ ਬੇਅਦਬੀ ਦੇ ਮੁੱਦੇ ਤੇ ਇਨਸਾਫ ਦਿਵਾਉਣਗੇ, ਲੇਕਿਨ 4 ਸਾਲ ਤੱਕ ਉਹ ਵੀ ਇਨਸਾਫ ਨਾ ਦਿਵਾ ਸਕੇ। ਪੰਜਾਬ ਵਿੱਚ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਦਾਅਵਾ ਕੀਤਾ ਸੀ ਕਿ 24 ਘੰਟਿਆਂ ਵਿੱਚ ਬਰਗਾੜੀ ਦੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ, ਲੇਕਿਨ 90 ਦਿਨ ਬੀਤ ਜਾਣ ਤੇ ਵੀ ਅੱਜ ਤੱਕ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਮਿਲੀਆਂ, ਸਗੋਂ ਆਏ ਦਿਨ ਹੀ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਸ਼ਾਰਟ ਸਰਕਟ ਨਾਲ ਬੇਅਦਬੀਆਂ ਵਧਦੀਆਂ ਜਾ ਰਹੀਆਂ ਹਨ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਖ ਚਿੰਤਕ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਪਿਛਲੇ 20 ਦਿਨਾਂ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਬੇਅਦਬੀ ਦੇ ਮੁੱਦੇ ਤੇ ਮੀਟਿੰਗ ਕਰਨ ਲਈ ਮਿਲਣ ਦੀ ਕੋਸ਼ਿਸ਼ ਕਰ ਰਹੇ ਹਨ, ਲੇਕਿਨ ਜੋ ਮੁੱਖ ਮੰਤਰੀ 24 ਘੰਟਿਆਂ ਦੇ ਵਿੱਚ ਬੇਅਦਬੀ ਦੇ ਇਨਸਾਫ ਦਿਵਾਉਣ ਦੀਆਂ ਗੱਲਾਂ ਕਰਦੇ ਸੀ, ਉਹ 20 ਦਿਨਾਂ ਤੋਂ ਕਿਸੇ ਵੀ ਸਿੱਖ ਆਗੂ ਨੂੰ ਨਹੀਂ ਮਿਲ ਰਹੇ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਵੱਧਦੀ ਗੁੰਡਾਗਰਦੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਐਂਟੀ ਗੁੰਡਾ ਟਾਸਕ ਕਮੇਟੀ ਬਣਾਈ ਗਈ ਸੀ ਤਾਂ ਜੋ ਕਿ ਗੁੰਡਾਗਰਦੀ ਨੂੰ ਨਕੇਲ ਪਾਈ ਜਾ ਸਕੇ। ਉਹਨਾਂ ਕਿਹਾ ਕਿ ਅਗਰ ਪੰਜਾਬ ਵਿੱਚ ਬੇਅਦਬੀਆਂ ਰੋਕਣੀਆਂ ਹੈ ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਵਿੱਚ ਐਂਟੀ ਬੇਅਦਬੀ ਟਾਸਕ ਬਣਾਈ ਜਾਵੇ, ਜਿਸ ਨੂੰ ਇਸ ਮੁੱਦੇ ਤੇ ਗੰਭੀਰਤਾ ਨਾਲ ਪਤਾ ਹੋਵੇ ਤੇ ਗੰਭੀਰਤਾ ਨਾਲ ਇਸ ਦੀ ਜਾਂਚ ਕੀਤੀ ਜਾ ਸਕੇ। ਗੁਰਪ੍ਰੀਤ ਸਿੰਘ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਜਦੋਂ ਵੀ ਗੁਰਦੁਆਰਾ ਸਾਹਿਬ ਬਾਅਦ ਵਿੱਚ ਅੱਗ ਲੱਗਣ ਦੀ ਘਟਨਾ ਵਾਪਰਦੀ ਹੈ ਤਾਂ ਗੁਰਦੁਆਰਾ ਪ੍ਰਬੰਧਕ ਤੇ ਪੁਲਿਸ ਇਸ ਗੱਲ ਨੂੰ ਸ਼ਾਰਟ ਸਰਕਟ ਦਾ ਹਵਾਲਾ ਦੇ ਕੇ ਪੱਲਾ ਝਾੜਦੇ ਦਿਖਾਈ ਦਿੰਦੇ ਹਨ, ਲੇਕਿਨ ਇਸ ਪਿੱਛੇ ਕਿਹੜੀਆਂ ਤਾਕਤਾਂ ਹਨ ਉਸ ਨੂੰ ਜਾਣਨ ਦੀ ਕੋਈ ਵੀ ਕੋਸ਼ਿਸ਼ ਨਹੀਂ ਕਰਦਾ। ਗੁਰਪ੍ਰੀਤ ਸਿੰਘ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਕੁਝ ਪੰਥ ਦੋਖੀ ਲੋਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੀਆਂ ਬੇਅਦਬੀਆਂ ਕਰਕੇ ਸਿੱਖਾਂ ਦਾ ਗੁਰੂ ਗ੍ਰੰਥ ਸਾਹਿਬ ਪ੍ਰਤੀ ਸਤਿਕਾਰ ਘਟਾਉਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ, ਜਿਸ ਨੂੰ ਕਿ ਅਸੀਂ ਕਾਮਯਾਬ ਨਹੀਂ ਹੋਣ ਦੇਵਾਂਗੇ। ਇਸ ਦੇ ਨਾਲ ਹੀ ਅੱਗੇ ਬੋਲਦਿਆਂ ਉਹਨਾਂ ਕਿਹਾ ਕਿ ਜਿਸ ਤਰੀਕੇ ਨਾਲ ਭਗਵੰਤ ਸਿੰਘ ਮਾਨ ਉਹਨਾਂ ਨੂੰ ਮਿਲਣ ਲਈ ਸਮਾਂ ਨਹੀਂ ਦੇ ਰਹੇ ਤਾਂ ਆਉਣ ਵਾਲੇ ਸਮੇਂ ਵਿੱਚ ਉਹ ਇੱਕ ਵੱਡਾ ਮੋਰਚਾ ਵੀ ਲਗਾ ਸਕਦੇ ਹਨ। ਪੰਜਾਬ 24 ਨਿਊਜ਼ ਤੇ ਅੰਮ੍ਰਿਤਸਰ ਤੋਂ ਸੁਸ਼ੀਲ ਪਦਮ ਦੀ ਰਿਪੋਰਟ। ਕੋਈ ਜ਼ਿਆਦਾ ਖੁਸ਼ੀ ਵਾਲੀ ਗੱਲ ਤਾਂ ਨਹੀਂ ਹੈ, ਤਾਂ ਦਰਦ ਦਾ ਸੁਨੇਹਾ, ਪਰ ਮੀਡੀਆ ਦੇ ਰਾਹੀਂ ਹੀ ਇਹ ਸੁਨੇਹਾ ਜਿਹੜਾ ਦੂਰ ਤੱਕ ਪਹੁੰਚਾਇਆ ਜਾ ਸਕਦਾ। ਪਹਿਲਾਂ ਅਸੀਂ ਥੋੜ੍ਹਾ ਜਿਹਾ ਆਪਣੇ ਬਾਰੇ ਦੱਸ ਦਈਏ ਕਿ ਅੱਠੇ ਪਹਿਰ ਟਹਿਲ ਸੇਵਾ ਲਹਿਰ ਜੋ ਹੈ ਇਹ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਤੋਂ ਆਰੰਭ ਹੋਈ ਸੀ। ਅੱਠੇ ਪਹਿਰ ਟਹਿਲ ਸੇਵਾ ਲਹਿਰ 1 ਸਤੰਬਰ ਨੂੰ 2021 ਲਾਸਟ ਈਅਰ 1 ਸਤੰਬਰ ਨੂੰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨੇ ਅਰਦਾਸ ਕੀਤੀ ਸੀ ਤੇ ਇਹ ਲਹਿਰ ਸ਼ੁਰੂ ਹੋਈ। ਅੱਠੇ ਪਹਿਰ ਦਾ ਮਤਲਬ ਕਿ 24 ਘੰਟੇ ਟਹਿਲ ਸੇਵਾ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਸੇਵਾ ਦੀ ਗੱਲ ਹੈ, ਕਿਉਂਕਿ ਆਪ ਜੀ ਜਾਣਦੇ ਹੋ ਕਿ ਬੇਅਦਬੀ ਦਾ ਇੱਕ ਐਸਾ ਵੱਡਾ ਦੁਖਾਂਤ ਹੈ ਪੰਜਾਬ ਦੀ ਧਰਤੀ ਤੇ ਜੋ ਵਾਪਰ ਰਿਹਾ ਕਿ 400 ਤੋਂ ਵੱਧ ਵਾਰ ਬੇਅਦਬੀਆਂ ਪੰਜਾਬ 'ਚ ਹੋ ਚੁੱਕੀਆਂ ਤੇ ਫਿਰ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਸੋ ਇਸ ਚੀਜ਼ ਨੂੰ ਲੈ ਕੇ ਇਹ ਲਹਿਰ ਜਿਹੜੀ ਆਰੰਭੀ ਗਈ ਸੀ ਤੇ ਇਹਦੇ ਤਹਿਤ ਅਸੀਂ ਵੱਖ-ਵੱਖ ਗੁਰੂ ਘਰਾਂ 'ਚ ਜਾ ਕੇ ਪ੍ਰਬੰਧਕਾਂ ਦੇ ਨਾਲ ਸਮਾਂ ਮਿਲ ਕੇ ਗੁਰੂ ਘਰਾਂ 'ਚ ਜਾ ਕੇ ਤੇ ਅਸੀਂ ਸਮਾਗਮ ਕਰਦੇ ਹਾਂ। ਸਾਰਾ ਕੁਝ ਫ੍ਰੀ ਆਫ ਕਾਸਟ ਹੈ। ਟੋਟਲੀ ਲਹਿਰ ਜਿਹੜੀ ਹੈ ਨਿਸ਼ਕਾਮ ਭਾਵਨਾ ਦੇ ਨਾਲ ਚੱਲਦੀ ਪਈ ਹੈ, ਫ੍ਰੀ ਆਫ ਕਾਸਟ ਹੈ। ਸੰਗਤ ਟਰਸਟ UK ਵੱਲੋਂ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਜੋ ਕਿ ਸੰਗਤ ਟਰਸਟ ਦੇ ਵੀ ਚੇਅਰਮੈਨ ਨੇ, ਉਹ ਸਾਡੇ ਸਰਪ੍ਰਸਤੀ ਕਰਦੇ ਪਏ ਨੇ ਇਸ ਲਹਿਰ ਦੀ। ਤੇ ਇਹਦਾ ਕਾਰਜ ਇਹ ਹੈ ਕਿ ਅਸੀਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਗੁਰੂ ਘਰਾਂ 'ਚ ਜਾ ਕੇ ਸੰਗਤਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਦਰਬਾਰ ਸੁੰਨੇ ਨਾ ਛੱਡੋ, ਕਿਉਂਕਿ ਬੇਅਦਬੀਆਂ ਜਿਹੜੀਆਂ ਨੇ ਉੱਥੇ ਹੀ ਹੋ ਰਹੀਆਂ ਨੇ ਜਿੱਥੇ ਦਰਬਾਰ ਸੁੰਨਾ ਹੁੰਦਾ ਹੈ। 400 ਦੇ ਵਿੱਚੋਂ ਸ਼ਾਇਦ 390 ਬੇਅਦਬੀਆਂ ਉੱਥੇ ਹੋਈਆਂ ਹੋਣਗੀਆਂ ਜਿੱਥੇ ਦਰਬਾਰ ਸੁੰਨੇ ਨੇ। ਇਹ ਦੁਖਾਂਤ ਐਸਾ ਹੈ ਕਿ ਰੋਗ ਵੱਧਦਾ ਹੀ ਜਾ ਰਿਹਾ ਜਿੱਦਾਂ ਜਿੱਦਾਂ ਇਹਦਾ ਇਲਾਜ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਅੱਜ ਇੱਕਦਮ ਬਹੁਤ ਹੀ ਸ਼ਾਰਟ ਨੋਟਿਸ ਤੇ ਤੁਹਾਨੂੰ ਸੱਦਾ ਦਿੱਤਾ ਗਿਆ ਅੰਮ੍ਰਿਤਸਰ ਦੀ ਸਾਰੀ ਪ੍ਰੈਸ ਨੂੰ, ਕਿਉਂਕਿ ਸਾਡੇ ਮਨ 'ਚ ਇੱਕ ਬੜਾ ਹੀ ਗਹਿਰਾ ਸਦਮਾ ਲੱਗਿਆ ਕਿ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੇ ਬੇਅਦਬੀ ਹੋਈ 13 ਸਤੰਬਰ ਨੂੰ। 1 ਸਤੰਬਰ ਨੂੰ ਅਸੀਂ ਉੱਥੋਂ ਲਹਿਰ ਆਰੰਭ ਕਰਦੇ, 13 ਸਤੰਬਰ ਨੂੰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਬੇਅਦਬੀ ਹੁੰਦੀ ਹੈ। ਬੇਅਦਬੀ ਹੁੰਦੀ ਹੈ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਤੁਸੀਂ ਸਾਰੇ ਜਾਣਦੇ ਹੋ, ਤੁਸੀਂ ਸਾਰੇ ਉਸ ਨੂੰ ਕਵਰ ਕੀਤਾ। ਤੇ ਅੱਜ ਇੱਕ ਹੋਰ ਤਖਤ ਸਾਹਿਬ ਤਖਤ ਸ਼੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ, ਉਹਦੇ ਬਿਲਕੁਲ ਮੈਨੂੰ ਲੱਗਦਾ 500 ਮੀਟਰ ਦੇ ਦੂਰੀ ਦੇ ਉੱਤੇ ਜਿੱਥੇ ਭਾਈ ਡੱਲਾ ਜੀ ਦਾ ਘਰ ਹੈ ਉਹਦੇ ਨਜ਼ਦੀਕ ਇੱਕ ਗੁਰਦੁਆਰਾ ਸਾਹਿਬ ਜੋ ਕਿ ਇੱਕ ਬਰਾਦਰੀ ਵੱਲੋਂ ਤਿਆਰ ਕਰਵਾਇਆ ਗਿਆ ਜਿਹਦਾ ਨਾਂ ਭਾਈ ਸਾਹਿਬ ਸਿੰਘ ਰੱਖਿਆ ਹੋਇਆ, ਤੇ ਉੱਥੇ ਬੇਅਦਬੀ ਹੋਈ ਹੈ ਪਰਸੋਂ ਰਾਤ। ਬੜਾ ਵੱਡਾ ਦੁਖਾਂਤ ਹੈ। ਤੁਸੀਂ ਸਾਰੇ ਬੇਅਦਬੀਆਂ ਦੀਆਂ ਖਬਰਾਂ ਨੂੰ ਕਵਰ ਕਰਦੇ ਹੋ, ਪਰ
ਮੈਨੂੰ ਲੱਗਦਾ ਨਹੀਂ ਕਿ ਕਿਸੇ ਦੇ ਘਰ ਕਦੀ ਪੱਖੇ ਨਾਲ ਅੱਗ ਲੱਗੀ ਹੋਏਗੀ। ਮੈਂ ਤਾਂ ਅੱਜ ਸਵੇਰ ਦਾ ਹੀ ਸੋਚ ਰਿਹਾ ਸੀ, ਅਸੀਂ ਸਾਰਿਆਂ ਨੇ ਆਪਸ 'ਚ ਡਿਸਕਸ ਕੀਤਾ ਵੀ ਕਦੀ ਕਿਸੇ ਦੇ ਘਰ ਪੱਖੇ ਨਾਲ ਅੱਗ ਲੱਗੀ ਹੈ। ਇਹ ਪੱਖਿਆਂ ਨਾਲ ਲੱਗਾ ਗੁਰੂ ਘਰਾਂ 'ਚ ਕਿਉਂ ਲੱਗਦੀਆਂ? ਤੁਸੀਂ ਸਾਰੇ ਸਿਆਣੇ ਪੱਤਰਕਾਰ ਬੈਠੇ ਹੋ, ਕਿਸੇ ਦੇ ਘਰ 'ਚ ਭਾਵੇਂ ਸੀਲਿੰਗ ਫੈਨ ਭਾਵੇਂ ਸਾਈਡ ਫੈਨ ਆ, ਕਦੀ ਕਿਸੇ ਪੱਖੇ ਨਾਲ ਅੱਗ ਨਹੀਂ ਲੱਗੀ ਅੱਜ ਤੱਕ, ਕਦੀ ਖਬਰ ਐਸੀ ਨਹੀਂ ਸੁਣੀ। ਪਰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਹੈ ਤੇ ਪ੍ਰਬੰਧਕ ਜਿਹੜੇ ਨੇ ਆਪਣੀ ਸਕਿਨ ਸੇਵਿੰਗ ਦੇ ਵਾਸਤੇ, ਆਪਣੀ ਜਾਨ ਬਚਾਉਣ ਦੀ ਖਾਤਰ ਝੱਟ ਪੱਖੇ ਦਾ ਇਲਜ਼ਾਮ ਲਾ ਦਿੰਦੇ ਨੇ, ਪੱਖੇ ਤੋਂ ਆ ਹੋ ਗਿਆ। ਹੁਣ ਆਪਾਂ ਸਾਰੇ ਤੁਸੀਂ ਸਿਆਣੇ ਬੈਠੇ ਹੋ, ਜਦੋਂ ਵੀ ਕਿਤੇ ਅੱਗ ਲੱਗੇਗੀ ਤੇ ਪਲਾਸਟਿਕ ਦਾ ਪੱਖਾ ਤਾਂ ਪਿਘਲ ਹੀ ਜਾਣਾ। ਜੇ ਲਾਗੇ ਅੱਗ ਲੱਗੀ ਹੋਏਗੀ, ਜੇ ਇੱਥੇ ਅੱਗ ਲੱਗੀ ਹੈ ਥੱਲੇ, ਤੇ ਆਹ ਜਿਹੜਾ ਪਲਾਸਟਿਕ ਹੈ ਇਹਨੇ ਪਿਘਲ ਕੇ ਨੀਚੇ ਗਿਰ ਜਾਣਾ ਤੇ ਇਲਜ਼ਾਮ ਉਹ ਗਿਰੇ ਹੋਏ ਪੱਖੇ ਤੇ ਆ ਜਾਂਦਾ। ਪਰ ਕਹਾਣੀ ਕੁਝ ਹੋਰ ਹੁੰਦੀ ਹੈ। ਕਹਾਣੀ ਉਹੀ ਹੈ ਜਿਹੜੀ ਧਰਮਕੋਟ ਨਿਕਲੀ ਹੈ। ਜ਼ਿਆਦਾਤਰ ਥਾਵਾਂ ਦੇ ਉੱਤੇ ਜਿਹੜੇ ਨੀਚ ਲੋਕ ਨੇ, ਜਿਨ੍ਹਾਂ ਦੀ ਕੋਈ ਸੋਚ ਕੰਮ ਨਹੀਂ ਕਰਦੀ, ਆਪਸੀ ਈਰਖਾਬਾਜ਼ੀ ਦੀਆਂ ਕਹਾਣੀਆਂ ਨਿਕਲਦੀਆਂ ਨੇ, ਤੇ ਜਾਂ ਕੁਝ ਗੁਰੂ ਦੋਖੀ ਜਿਹੜੇ ਇੱਕ ਸਾਜ਼ਿਸ਼ ਦੇ ਤਹਿਤ, ਬੜੀ ਵੱਡੀ ਸਾਜ਼ਿਸ਼ ਚੱਲਦੀ ਪਈ ਹੈ ਕਿ ਇਹ ਸਿੱਖਾਂ ਦੀ ਸ਼ਰਧਾ ਖਤਮ ਕਰ ਦਿੱਤੀ ਜਾਏ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਤੀ। ਇਹ ਸ਼ਰਧਾ ਦੇ ਉੱਤੇ ਅਟੈਕ ਹੈ ਕਿ ਜੋ ਸਿੱਖ ਗੁਰੂ ਨੂੰ ਸਰਬ ਕਲਾ ਸਮਰੱਥ ਮੰਨਦੇ ਨੇ, ਇਹਨਾਂ ਦੇ ਮਨ 'ਚ ਸ਼ੰਕੇ ਪੈਦਾ ਕਰੋ। ਐਸੇ ਬੁਲਾਰੇ ਲਾ ਦਿੱਤੇ ਨੇ ਜਿਹੜੇ ਸਾਡੇ ਧਰਮ ਦੀਆਂ ਕਦਰਾਂ ਕੀਮਤਾਂ ਤੇ ਸਾਡੇ ਉਸ ਗੌਰਵਮਈ ਇਤਿਹਾਸ ਦੇ ਉੱਤੇ ਕਿੰਤੂ ਖੜੇ ਕਰਦੇ ਨੇ। ਤੁਸੀਂ ਅੰਮ੍ਰਿਤਸਰ ਸਾਹਿਬ ਦੇ ਰਹਿਣ ਵਾਲੇ ਹੋ, ਸ਼੍ਰੀ ਦਰਬਾਰ ਸਾਹਿਬ ਦੀ ਮਹਾਨਤਾ ਤੁਸੀਂ ਰੋਜ਼ਾਨਾ ਕਵਰ ਕਰਦੇ ਹੋ, ਕਿੰਨੇ ਲੋਕਾਂ ਨੂੰ ਉੱਥੋਂ ਤੰਦਰੁਸਤੀਆਂ ਮਿਲਦੀਆਂ ਨੇ, ਪਰ ਬਹੁਤ ਸਾਰੇ ਐਸੇ ਲੋਕ ਉਹਨਾਂ ਏਜੰਸੀਆਂ ਵੱਲੋਂ ਲਾਏ ਗਏ ਨੇ ਕਿ ਇਹਨਾਂ ਦੀ ਸ਼ਰਧਾ ਮੁੱਕ ਜੇ, ਦਰਬਾਰ ਸਾਹਿਬ ਦੇ ਨਾਲੋਂ ਤੋੜਨ ਦੀ ਵੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ। ਪਰ ਅੱਜ ਜਿਹੜਾ ਸਾਡਾ ਮੁੱਖ ਮਕਸਦ ਉਹ ਇਹ ਹੈ ਕਿ ਇਹ ਜਿਹੜੀਆਂ ਲਗਾਤਾਰ ਬੇਅਦਬੀਆਂ ਹੋ ਰਹੀਆਂ ਨੇ, ਇਹਨਾਂ ਬੇਅਦਬੀਆਂ ਨੂੰ ਰੋਕਣ ਦੇ ਵਾਸਤੇ ਜਿੱਥੇ ਅਸੀਂ ਆਪਣੇ ਪੱਧਰ ਦੇ ਉੱਤੇ ਸੰਗਤਾਂ ਨੂੰ ਪ੍ਰੇਰਿਤ ਕਰਦੇ ਪਏ, ਸੰਗਤਾਂ ਸੇਵਾ ਦੇ ਵਿੱਚ ਲੱਗ ਰਹੀਆਂ ਨੇ, ਵੱਖ-ਵੱਖ ਪਿੰਡਾਂ 'ਚ ਸੇਵਾ ਸ਼ੁਰੂ ਹੋ ਚੁੱਕੀ, ਉਹ ਬੜਾ ਵਿਸਥਾਰ ਹੈ। ਜੇ ਉੱਧਰ ਜਾਵਾਂਗੇ ਤੇ ਟਾਈਮ ਹੋਰ ਵਧੇ ਲੱਗ ਜਾਏਗਾ, ਉਹ ਮੈਂ ਤੁਹਾਨੂੰ ਬਾਅਦ 'ਚ ਇਕੱਲਿਆਂ ਵੀ ਦੇ ਸਕਦਾ। ਜਾਂ ਟਹਿਲ ਸੇਵਾ ਦਾ ਇੱਕ ਪੇਜ ਬਣਿਆ ਹੋਇਆ ਫੇਸਬੁੱਕ ਤੇ, ਉਹਦੇ ਤੋਂ ਤੁਹਾਨੂੰ ਕਾਫੀ ਜਾਣਕਾਰੀ ਮਿਲ ਸਕਦੀ। 3 ਸਰਕਾਰਾਂ ਇਸ ਬੇਅਦਬੀ ਦੇ ਮੁੱਦੇ ਤੇ ਬਦਲ ਚੁੱਕੀਆਂ ਨੇ ਹੁਣ ਤੱਕ। ਪਹਿਲੀ ਸਰਕਾਰ ਆਪਾਂ ਜਾਣਦੇ ਹਾਂ, ਅਕਾਲੀ ਸਰਕਾਰ, ਜਿਹੜੀ ਇਸੇ ਬੇਅਦਬੀ ਦੇ ਮੁੱਦੇ ਤੇ ਘਿਰ ਗਈ ਸੀ, ਤੇ ਉਸ ਤੋਂ ਬਾਅਦ ਉਹਨੂੰ ਹਟਾ ਕੇ ਕੈਪਟਨ ਸਰਕਾਰ ਆਈ, ਉਹਨਾਂ ਨੇ ਵੀ ਵਾਅਦੇ ਕੀਤੇ, ਉਹ ਵੀ ਜਾਂਦੀ ਰਹੀ। ਉਸ ਤੋਂ ਬਾਅਦ ਚੰਨੀ ਸਰਕਾਰ ਆਈ, ਚੰਨੀ ਸਰਕਾਰ ਨੇ ਵੀ ਗੱਲਾਂ ਤਾਂ ਬੜੀਆਂ ਕੀਤੀਆਂ ਪਰ ਕਰ ਕੁਝ ਨਹੀਂ ਸਕੇ। ਅਸੀਂ ਚੰਨੀ ਸਰਕਾਰ ਨੂੰ ਵੀ ਮਿਲੇ ਸੀ, ਉੱਥੇ ਉਹਨਾਂ ਨੂੰ ਵੀ ਮੈਮੋਰੈਂਡਮ ਦਿੱਤਾ ਸੀ। ਤੇ ਅੱਜ ਜਿਹੜੀ ਅਸੀਂ ਗੱਲ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ, ਇੱਕ ਮੰਗ ਕਰਨ ਜਾ ਰਹੇ ਹਾਂ ਸਰਕਾਰ ਤੋਂ। ਪੰਜਾਬ ਦੇ ਵਿੱਚ ਗੈਂਗਵਾਰ ਦੀਆਂ ਕਿੰਨੀਆਂ ਕੁ ਘਟਨਾਵਾਂ ਹੋਈਆਂ ਹੋਣਗੀਆਂ? ਵੱਧ ਤੋਂ ਵੱਧ 20, 30, 40, ਇਸ ਤੋਂ ਵੱਧ ਨਹੀਂ ਹੋਈਆਂ ਹੋਣਗੀਆਂ ਮੇਰੇ ਖਿਆਲ। ਤੁਸੀਂ ਸਹਿਮਤ ਹੋਵੋਗੇ ਮੇਰੇ ਖਿਆਲ। ਗੈਂਗਵਾਰ ਨੂੰ ਰੋਕਣ ਦੇ ਵਾਸਤੇ ਇੱਕ ਐਂਟੀ ਗੈਂਗਸਟਰ ਟਾਸਕ ਫੋਰਸ ਜਿਹੜੀ ਆ ਉਹਦਾ ਗਠਨ ਕੀਤਾ ਗਿਆ, ਤੁਸੀਂ ਸਾਰੇ ਜਾਣਦੇ ਹੋ। ਇੱਕ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਗਿਆ, ਉਹਦੇ ਮੁਖੀ ਇੱਕ ਬੜੇ ਸੀਨੀਅਰ ਅਫਸਰ ਜਿਹੜੇ ਨੇ ਲਗਾਏ ਗਏ ਤੇ ਉਹਨਾਂ ਨੂੰ ਕੰਮ ਤੇ ਲਾਇਆ ਗਿਆ। ਪਰ ਜਿਹੜੀਆਂ ਬੇਅਦਬੀਆਂ 400 ਤੋਂ ਵੱਧ ਵਾਰ, ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ 400 ਤੋਂ ਵੱਧ ਵਾਰ ਜੋ ਹੋ ਚੁੱਕੀਆਂ ਨੇ, ਅਸੀਂ ਅੱਜ ਮੰਗ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਤੋਂ, ਉਸ ਮੁੱਖ ਮੰਤਰੀ ਸਾਹਿਬ ਤੋਂ ਅੱਜ ਇਹ ਮੰਗ ਕਰਦੇ ਪਏ ਆ ਜਿਨ੍ਹਾਂ ਨੇ ਬੇਮਿਸਾਲ ਸਜ਼ਾ ਦੀ ਗੱਲ ਕੀਤੀ ਸੀ। ਤੁਸੀਂ ਜਾਣਦੇ ਹੋ ਜਦੋਂ ਚੋਣਾਂ ਸੀਗੀਆਂ ਤੇ ਹਰ ਰੋਜ਼ਾਨਾ ਹੀ ਬੇਅਦਬੀ ਦੇ ਮੁੱਦੇ ਤੇ ਆਮ ਆਦਮੀ ਪਾਰਟੀ ਵੱਲੋਂ ਰੋਜ਼ਾਨਾ ਇਹਦੇ ਤੇ ਬਿਆਨ ਆਉਂਦੇ ਸੀ। ਤੇ 25 ਜਨਵਰੀ ਦਾ ਜਿਹੜਾ ਬਿਆਨ ਹੈ ਉਹਦਾ ਮੈਂ ਲਿੰਕ ਵੀ ਇੱਥੇ ਦਿੱਤਾ ਹੋਇਆ, ਆਪ ਤੁਹਾਨੂੰ ਪ੍ਰੈਸ ਨੋਟ ਜਿਹੜਾ ਦਿੱਤਾ ਜਾਣਾ ਹੈ ਉਹਦੀ ਕਾਪੀ ਹੈ, ਉਸ ਜਿਹੜਾ ਅਸੀਂ ਦੇ ਰਹੇ ਹਾਂ ਮੁੱਖ ਮੰਤਰੀ ਸਾਹਿਬ ਨੂੰ ਮੈਮੋਰੈਂਡਮ ਦੇਣ ਦੇ ਵਾਸਤੇ। ਕੋਸ਼ਿਸ਼ ਜਿਹੜੀ ਜਾਰੀ ਹੈ ਨਾ, ਜੇ ਤੁਹਾਨੂੰ ਉਹਦੇ ਬਾਰੇ ਦੱਸਾਂਗੇ ਤੁਸੀਂ ਹੈਰਾਨ ਰਹਿ ਜਾਓਗੇ। ਇਹਦੇ ਥੱਲੇ ਅਸੀਂ ਉਹ ਲਿੰਕ ਵੀ ਦਿੱਤਾ ਹੋਇਆ ਜਿਹਦੇ ਵਿੱਚ ਮੁੱਖ ਮੰਤਰੀ ਸਾਹਿਬ ਜਿਹੜੇ ਉਸ ਵੇਲੇ ਪ੍ਰਧਾਨ ਸੀਗੇ ਤੇ ਲੀਡ ਕਰਦੇ ਪਏ ਸੀ, ਮੁੱਖ ਮੰਤਰੀ ਦਾ ਚਿਹਰਾ ਸਨ, ਉਹਨਾਂ ਨੇ ਕਿਹਾ ਸੀ ਕਿ ਬੇਮਿਸਾਲ ਸਜ਼ਾ ਜਿਹੜੀ ਹੈ ਹੋਣੀ ਚਾਹੀਦੀ ਹੈ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਨ ਵਾਲੇ ਵਾਸਤੇ। ਪਰ ਉਸ ਪੱਖ ਤੋਂ ਕੁਝ ਨਹੀਂ ਹੋ ਰਿਹਾ। ਹੁਣ ਮੈਂ ਤੁਹਾਡਾ ਧਿਆਨ ਜਿਹੜੀ ਗੱਲ ਵੱਲ ਦਿਵਾਉਣਾ ਚਾਹੁੰਦਾ ਕਿ ਗੱਲਾਂ ਕਈ ਵਾਰੀ ਬਹੁਤ ਹੋ ਜਾਂਦੀਆਂ। ਅਸੀਂ ਇਹ ਮੈਮੋਰੈਂਡਮ ਜਿਹੜਾ ਤਿਆਰ ਕੀਤੇ ਨੂੰ ਕਰੀਬ 20 ਦਿਨ ਹੋ ਗਏ ਨੇ। ਆਹ ਮੈਮੋਰੈਂਡਮ ਜਿਹੜਾ ਅਸੀਂ ਉਹਦੀ ਕਾਪੀ ਤੁਹਾਨੂੰ ਦੇ ਰਹੇ ਹਾਂ, ਕਰੀਬ 20 ਦਿਨ ਤੋਂ ਇਹ ਮੈਮੋਰੈਂਡਮ ਅਸੀਂ ਤਿਆਰ ਕੀਤਾ ਹੋਇਆ ਤੇ ਸਾਡੀ ਲਗਾਤਾਰ ਕੋਸ਼ਿਸ਼ ਹੈ ਕਿ ਮੁੱਖ ਮੰਤਰੀ ਸਾਹਿਬ ਨੂੰ ਮਿਲਿਆ ਜਾਏ। ਕੋਸ਼ਿਸ਼ ਵੀ ਕੋਈ ਐਵੇਂ ਹਵਾ ਦੇ ਵਿੱਚ ਨਹੀਂ। ਅਸੀਂ 22 ਮਈ ਨੂੰ ਬਟਾਲਾ ਦੇ MLA ਸ਼ਹਿਰੀ ਕਲਸੀ ਨੂੰ ਮਿਲੇ, 22 ਮਈ ਨੂੰ, ਅੱਜ ਕਰੀਬ 20 ਦਿਨ ਹੋ ਗਏ ਜੀ। 4 ਕੁ ਦਿਨ ਬਾਅਦ ਉਹ ਕਹਿੰਦੇ ਕਿ ਸਾਡਾ ਮੁੱਖ ਮੰਤਰੀ ਸਾਹਿਬ ਨਾਲ ਸੰਪਰਕ ਨਹੀਂ ਹੋ ਰਿਹਾ, ਤੁਸੀਂ ਧਾਲੀਵਾਲ ਸਾਹਿਬ ਨਾਲ
ਸੰਪਰਕ ਕਰ ਲਓ, ਉਹਨਾਂ ਦੀ ਗੱਲ ਹੁੰਦੀ ਹੈ, ਉਹ ਮੰਤਰੀ ਨੇ। ਅਸੀਂ 27 ਮਈ ਨੂੰ, ਇਹਨਾਂ ਸਾਰੀਆਂ ਚੀਜ਼ਾਂ ਦੇ ਡਾਕੂਮੈਂਟਰੀ ਪ੍ਰੂਫ ਸਾਡੇ ਕੋਲ ਮੌਜੂਦ ਨੇ, ਰਿਕਾਰਡਿੰਗਸ ਵੀ ਮੌਜੂਦ ਨੇ। 27 ਮਈ ਨੂੰ ਅਸੀਂ ਧਾਲੀਵਾਲ ਸਾਹਿਬ ਨੂੰ ਮਿਲਦੇ ਹਾਂ। 27 ਮਈ ਤੋਂ ਅੱਜ ਆਪਾਂ ਦੇਖ ਸਕਦੇ ਹਾਂ ਕਿ ਕਿੰਨੇ ਦਿਨ ਹੋ ਗਏ ਨੇ, ਕਰੀਬ 13 ਦਿਨ ਅੱਜ ਹੋ ਚੁੱਕੇ ਨੇ। ਉਹ ਸਾਡੀ ਮੁਲਾਕਾਤ ਨਹੀਂ ਕਰਵਾ ਸਕੇ। 29 ਮਈ ਨੂੰ ਦਿਨੇਸ਼ ਚੱਡਾ ਜੀ ਨੇ, ਰੋਪੜ ਦੇ MLA, 29 ਮਈ ਨੂੰ ਅਸੀਂ ਉਹਨਾਂ ਨੂੰ ਵੀ ਇਹਦੀ ਕਾਪੀ ਦਿੱਤੀ ਹੈ ਕਿ ਸਾਨੂੰ ਟਾਈਮ ਦਵਾ ਦਿਓ, ਉਹ ਵੀ ਟਾਈਮ ਨਹੀਂ ਦਵਾ ਸਕੇ। 2 ਜੂਨ ਨੂੰ ਅਸੀਂ ਖੁਦ ਗਏ ਹਾਂ CM ਰੈਜ਼ੀਡੈਂਸ, ਕਿਉਂਕਿ ਕੱਲ ਪਰਸੋਂ ਇਹ ਗੱਲ ਹੋਈ ਸੀ ਕਿ ਬਿਨਾਂ ਅਪਾਇੰਟਮੈਂਟ ਤੋਂ ਕੋਈ ਆ ਗਏ। ਖੈਰ ਉਹ ਪੋਲੀਟੀਕਲ ਇਸ਼ੂ, ਅਸੀਂ ਉਹਦੇ ਤੇ ਗੱਲ ਨਹੀਂ ਕਰਨਾ ਚਾਹੁੰਦੇ, ਪਰ ਜੇ ਅਪਾਇੰਟਮੈਂਟ ਮਿਲੇ ਹੀ ਨਾ ਤੇ ਬੰਦਾ ਕੀ ਕਰੇਗਾ। 2 ਜੂਨ ਨੂੰ ਅਸੀਂ ਖੁਦ CM ਰੈਜ਼ੀਡੈਂਸ ਦੇ ਉੱਤੇ ਗਏ ਆ। ਉੱਥੇ ਉਹਨਾਂ ਦੇ ਬਰਾੜ ਸਾਹਿਬ ਜਿਹੜੇ OSD ਨੇ, ਉਹਨਾਂ ਨੂੰ ਅਸੀਂ ਇਹਦੀ ਇੱਕ ਕਾਪੀ ਵੀ ਦੇ ਕੇ ਆਏ। ਉਹਨਾਂ ਨੇ ਫ਼ੋਨ ਨੰਬਰ ਵੀ ਨੋਟ ਕੀਤਾ। 4-5 ਦਿਨ ਤਾਂ ਸਾਡੀ ਗੱਲ ਹੀ ਨਹੀਂ ਹੋਈ। 3-4 ਦਿਨ ਪਹਿਲਾਂ ਉਹਨਾਂ ਨਾਲ ਮੇਰੀ ਗੱਲ ਹੋਈ। ਉਹ ਕਹਿੰਦੇ ਸੀ ਕਿ ਮੈਂ ਅੱਜ ਸ਼ਾਮ ਨੂੰ ਤੁਹਾਨੂੰ ਦੱਸਾਂਗਾ, ਫਿਰ ਅਗਲੇ ਦਿਨ ਹੋਈ ਤੁਹਾਨੂੰ ਦੱਸਾਂਗਾ। ਅੱਜ ਤੱਕ ਇਹ ਕਰੀਬ 20 ਦਿਨ ਹੋ ਚੱਲੇ ਨੇ। 22 ਮਈ ਤੋਂ ਲੈ ਕੇ ਅੱਜ 11 ਤਰੀਕ ਹੈ, 20 ਦਿਨ ਹੋ ਚੁੱਕੇ ਨੇ। ਮੁੱਖ ਮੰਤਰੀ ਸਾਹਿਬ ਸਮਾਂ ਨਹੀਂ ਦੇ ਰਹੇ ਬੇਅਦਬੀ ਤੇ ਗੱਲ ਸੁਣਨ ਵਾਸਤੇ। ਜਿੱਦਣ ਮੋਦੀ ਸਰਕਾਰ ਦੀ ਵਿਰੋਧਤਾ ਦੀ ਗੱਲ ਸੀ, ਉਦਣ ਮੁੱਖ ਮੰਤਰੀ ਸਾਹਿਬ ਨੇ ਜਦੋਂ ਆਪਣੀ ਗੱਲ ਕਹਿ ਰਹੇ ਸੀ, ਉਹਦੇ 'ਚ ਕਹਿੰਦੇ ਸੀ ਪੰਜਾਬ ਜਿਉਂਦਾ ਗੁਰਾਂ ਦੇ ਨਾਮ ਉੱਤੇ। ਇਹ ਆਫੀਸ਼ੀਅਲ ਸਟੇਟਮੈਂਟ ਹੈ, ਤੁਸੀਂ ਵਿਧਾਨ ਸਭਾ ਦੀ ਕਵਰੇਜ ਅੱਜ ਵੀ ਦੇਖ ਸਕਦੇ ਹੋ। ਮੁੱਖ ਮੰਤਰੀ ਸਾਹਿਬ ਨੇ ਖੁਦ ਆਪਣੀ ਸੀਟ ਤੋਂ ਇਹ ਗੱਲ ਕਹੀ ਸੀ, ਜਿਹੜਾ ਪੰਜਾਬ ਗੁਰਾਂ ਦੇ ਨਾਂ ਤੇ ਜਿਉਂਦਾ, ਜਿਹਦੀ ਬੇਅਦਬੀ ਦੀ ਗੱਲ ਕਰਦਿਆਂ ਤੁਸੀਂ ਰੋਜ਼ਾਨਾ ਦਾਅਵੇ ਕਰਦੇ ਸੀ ਅਸੀਂ ਆਹ ਕਰਾਂਗੇ, 24 ਘੰਟਿਆਂ ਦੇ ਵਿੱਚ ਆਹ ਕਰ ਦਾਂਗੇ। ਅੱਜ ਕਿੰਨੇ ਮਹੀਨੇ ਹੋ ਚੁੱਕੇ ਨੇ ਸਰਕਾਰ ਬਣੀ ਨੂੰ, ਤੁਸੀਂ ਬੇਅਦਬੀ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਅਸੀਂ ਅੱਜ ਮੀਡੀਆ ਦੇ ਰਾਹੀਂ ਮਜਬੂਰ ਹੋ ਕੇ, ਅਸੀਂ ਨਹੀਂ ਸੀ ਚਾਹੁੰਦੇ, ਕਿਉਂਕਿ ਸਾਡੇ ਵੀ ਜਿੱਦਾਂ ਬਹੁਤ ਸਾਰੇ ਪੰਜਾਬੀਆਂ ਦੇ ਵਾਂਗ ਸਾਡੇ ਵੀ ਮਨਾਂ 'ਚ ਸੀ ਕਿ ਇਹ ਸਰਕਾਰ ਆਏਗੀ ਤੇ ਬੜਾ ਕੁਝ ਬਦਲਾਅ ਲਿਆਏਗੀ ਜਿਹੜਾ ਪਹਿਲਾਂ ਸਰਕਾਰਾਂ ਨਹੀਂ ਕਰ ਸਕੀਆਂ। ਪਰ ਅੱਜ ਇਸ ਮੀਡੀਆ ਦੇ ਰਾਹੀਂ ਅਸੀਂ ਇੱਕ ਮੰਗ ਰੱਖਦੇ ਹਾਂ ਕਿ ਜੇ ਐਂਟੀ ਗੈਂਗਸਟਰ ਟਾਸਕ ਫੋਰਸ ਗਠਿਤ ਹੋ ਸਕਦੀ ਹੈ ਪੰਜਾਬ 'ਚ, ਤੇ ਐਂਟੀ ਬੇਅਦਬੀ ਫੋਰਸ ਕਿਉਂ ਨਹੀਂ ਬਣ ਸਕਦੀ? ਇਸ ਗੱਲ ਵੱਲ ਕਿਉਂ ਨਹੀਂ ਧਿਆਨ ਦਿੱਤਾ ਜਾਂਦਾ? ਜਦੋਂ ਵੀ ਕਿਤੇ ਕੇਸ ਹੁੰਦਾ, ਪੁਲਿਸ ਜਿਹੜੇ ਮੁਲਾਜ਼ਮ ਜਿਹੜੇ ਲੋਕਲ ਜਾਂਦੇ ਨੇ, ਉਹਨਾਂ ਨੂੰ ਨਾ ਤਾਂ ਉਹ ਇਹਨਾਂ ਕੀ ਚੀਜ਼ਾਂ ਦੀ ਬਹੁਤੀ ਜਾਣਕਾਰੀ ਹੁੰਦੀ ਹੈ, ਤੇ ਸਿੱਧਾ ਪੱਖੇ ਦੇ ਸਿਰ ਇਲਜ਼ਾਮ ਲਾ ਕੇ ਤੇ ਬਰੀ ਹੋ ਜਾਂਦੇ ਨੇ। ਕਿਸੇ ਦੇ ਸਿਰ ਲਾਤਾ, ਕੋਈ ਢੰਗ ਦੀ ਫੋਰੈਂਸਿਕ ਜਾਂਚ ਕਿਤੇ ਨਹੀਂ ਹੋ ਰਹੀ ਕਿਸੇ ਕੇਸ 'ਚ ਵੀ। 5-7 ਕੇਸ ਤਾਂ ਅਸੀਂ ਖੁਦ ਬਰੀਕੀ ਨਾਲ ਜਾ ਕੇ ਦੇਖੇ ਆ, ਜੇ ਉਹਦੇ 'ਚ ਮੈਨੂੰ ਲੱਗਦਾ ਕਿ ਜੇ ਫਿੰਗਰਪ੍ਰਿੰਟਸ ਹੀ ਲੈ ਲਏ ਜਾਂਦੇ ਤੇ ਦੋਸ਼ੀ ਫੜੇ ਜਾ ਸਕਦੇ ਸੀ, ਪਰ ਐਸੀਆਂ ਕੋਸ਼ਿਸ਼ਾਂ ਨਹੀਂ ਹੁੰਦੀਆਂ। ਤੇ ਜਿਹੜੇ ਦੋਸ਼ੀ ਫੜੇ ਵੀ ਜਾਂਦੇ ਨੇ ਉਹ ਪਾਗਲ ਸਿੱਧ ਹੋ ਜਾਂਦੇ ਨੇ, ਬੜੀ ਛੇਤੀ ਪਾਗਲ ਸਿੱਧ ਹੋ ਜਾਂਦੇ ਨੇ, ਕਿਉਂਕਿ ਉਹ ਜਿਹੜੇ ਸਾਜ਼ਿਸ਼ਾਂ ਦੇ ਤਹਿਤ ਬੇਅਦਬੀਆਂ ਕਰਨ ਵਾਲੇ ਲੋਕ ਨੇ, ਉਹ ਆਪਣਾ ਪਹਿਲਾਂ ਹੀ ਪਾਗਲਪਨ ਦਾ ਸਰਟੀਫਿਕੇਟ ਲੈ ਕੇ ਚੱਲਦੇ ਨੇ। ਉਹ ਬੇਅਦਬੀਆਂ ਇੱਕ ਮਜ਼ਾਕ ਬਣਿਆ ਹੋਇਆ। ਸੋ ਇਸ ਮੈਮੋਰੈਂਡਮ ਦੇ ਵਿੱਚ ਅਸੀਂ ਇਹ ਜਿਹੜੀਆਂ ਨੇ 5 ਮੰਗਾਂ ਰੱਖੀਆਂ ਨੇ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਤੋਂ ਇਹ 5 ਮੰਗਾਂ ਜਿਹੜੀਆਂ ਰੱਖੀਆਂ ਗਈਆਂ ਨੇ ਕਿ ਬੇਮਿਸਾਲ ਸਜ਼ਾ ਦੀ ਜਿਹੜੀ ਤੁਸੀਂ ਗੱਲ ਕੀਤੀ ਸੀ ਉਹ ਪੂਰੀ ਕਰੋ। ਸੈਸ਼ਨ ਆ ਰਿਹਾ ਹੈ, ਪੰਜਾਬ ਸਰਕਾਰ ਦਾ ਸੈਸ਼ਨ ਆ ਰਿਹਾ, ਉਹਦੇ ਵਿੱਚ ਰੱਖੋ 295 ਇਹ ਧਾਰਾ ਨੂੰ ਸਖਤ ਕਰ ਸਕਦੀ ਹੈ। ਕਾਨੂੰਨੀ ਮਾਹਰਾਂ ਤੋਂ ਅਸੀਂ ਰਾਏ ਲਈ ਆ, ਉਹਨਾਂ ਦਾ ਕਹਿਣਾ ਹੈ ਕਿ ਠੀਕ ਹੈ CRPC ਦੀਆਂ ਧਾਰਾਵਾਂ ਜਿਹੜੀਆਂ ਕੇਂਦਰ ਦਾ ਕਰਦੀ ਹੈ, ਪਰ ਸੂਬੇ ਦੇ ਵਿੱਚ ਉਹਦੇ ਵਿੱਚ ਕੀ ਵਾਧਾ ਘਾਟਾ ਕਰਨਾ ਹੈ ਵਿਧਾਨ ਸਭਾ ਦੇ ਅਧਿਕਾਰ ਖੇਤਰ ਦੇ ਵਿੱਚ ਆਉਂਦਾ। ਤੇ ਦੂਸਰੀ ਗੱਲ ਇਹ ਜਿਹੜੇ ਆਪਣੇ ਆਪ ਨੂੰ ਪਾਗਲ ਸਿੱਧ ਕਰ ਲੈਂਦੇ ਨੇ, ਇਹਦੇ ਵੀ ਕੋਈ ਉਹਦੇ ਵਿੱਚ ਪ੍ਰਾਵਧਾਨ ਰੱਖਿਆ ਜਾਏ ਕਿ ਪਹਿਲਾਂ ਹੀ ਮੈਡੀਕਲ ਸਰਟੀਫਿਕੇਟ ਬਣਾ ਕੇ ਲਿਆਂਦੇ ਹੁੰਦੇ ਨੇ। ਹੁਣ ਮੈਂ ਤੁਹਾਡੇ ਸਾਹਮਣੇ ਇੱਕ ਗੱਲ ਰੱਖਣਾ ਚਾਹੁੰਦਾ, ਤਖਤ ਸ੍ਰੀ ਕੇਸਗੜ੍ਹ ਸਾਹਿਬ ਜਿਹੜੀ ਬੇਅਦਬੀ ਹੋਈ ਹੈ, ਉਹਦੇ ਬੰਦੇ ਕੋਲ 24-25 ਲੱਖ ਦੀ ਗੱਡੀ, ਨਵੀਂ ਗੱਡੀ ਕ੍ਰਿਸਟਾ ਲੈ ਕੇ ਉਹ ਗਿਆ, ਉਹਦੀ ਜੇਬ 'ਚ ਲੱਖ-ਸਵਾ ਲੱਖ ਦਾ ਮੋਬਾਈਲ, 1.5 ਘੰਟਾ ਵੇਟ ਕਰਕੇ ਉਹਨੇ ਬੇਅਦਬੀ ਕੀਤੀ, ਜਿਹੜੀ ਸਿਗਰਟ ਦੇ ਨਾਲ ਉਹਨੇ ਬੇਅਦਬੀ ਕੀਤੀ ਹੈ। ਤੇ ਕੋਰਟ ਦੇ ਵਿੱਚ ਇਹ ਸਿੱਧ ਹੋ ਰਿਹਾ ਕਿ ਪਾਗਲ ਹੈ। ਹੁਣ ਇੱਥੇ ਉਹ ਬੰਦਾ ਪਾਗਲ ਹੈ ਕਿ ਪੰਜਾਬ ਪਾਗਲ ਹੈ ਕਿ ਅਸੀਂ ਲੋਕ ਪਾਗਲ ਹਾਂ ਕਿ ਕਾਨੂੰਨਦਾਨ ਪਾਗਲ ਨੇ ਕਿ ਕਾਨੂੰਨ ਬਣਾਉਣ ਵਾਲੇ ਪਾਗਲ ਨੇ? ਇਹ ਸਾਨੂੰ ਸੋਚਣਾ ਪਏਗਾ, ਇਹ ਸਾਨੂੰ ਮਜਬੂਰੀ ਹੈ, ਅੱਜ ਸੋਚਣਾ ਪਏਗਾ। ਇਹ ਕੋਈ ਪਹਿਲੀ ਘਟਨਾ ਨਹੀਂ। 18 ਅਕਤੂਬਰ ਨੂੰ ਸਿੰਘ ਸਾਹਿਬ ਦਾ ਬਿਆਨ ਆਇਆ ਸੀ ਕਿ 400 ਤੋਂ ਵੱਧ ਵਾਰ ਪੰਜਾਬ 'ਚ ਬੇਅਦਬੀਆਂ ਹੋ ਚੁੱਕੀਆਂ, ਸਰਕਾਰਾਂ ਕਰਦੀਆਂ ਕੁਝ ਨਹੀਂ, ਪਰ ਸਰਕਾਰਾਂ ਨੂੰ ਹੁਣ ਕਰਨਾ ਪੈਣਾ ਹੈ। ਸਿਰ ਤੋਂ ਪਾਣੀ ਲੰਘ ਚੁੱਕਾ ਹੈ। ਸੋ ਅਸੀਂ ਇਹ ਬੇਨਤੀ ਕਰਦੇ ਹਾਂ। ਤੇ ਤੀਸਰੇ ਪੁਆਇੰਟ ਦੇ ਵਿੱਚ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਿਜ ਇੱਕ ਧਾਰਮਿਕ ਕਿਤਾਬ ਨਹੀਂ, ਇੱਥੋਂ ਤੱਕ ਕਿ ਸੁਪਰੀਮ ਕੋਰਟ ਵੀ ਇਹਨਾਂ ਨੂੰ ਜੋ ਹੈ ਦਰਜਾ ਦੇ ਚੁੱਕਾ ਹੈ। ਇਹਨਾਂ ਦੇ ਨਾਂ 'ਤੇ ਰਜਿਸਟਰੀਆਂ ਹੋ ਸਕਦੀਆਂ, ਸਾਰਾ ਸੰਸਾਰ ਮੰਨਦਾ, ਸੁਪਰੀਮ ਕੋਰਟ ਵੀ ਮੰਨਦੀ ਹੈ ਕਿ ਗੁਰੂ ਦੀ ਪਦਵੀ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਨੂੰ ਕਤਲ ਦੇ ਤੋਲ ਜਿਹੜੀ ਸਜ਼ਾ ਹੈ ਉਹ ਨਿਰਧਾਰਿਤ ਕੀਤੀ ਜਾਏ। ਤੇ ਜਿਹੜੀ ਧਾਰਾ ਆ 295 ਇਹਨੂੰ ਗੈਰ ਜ਼ਮਾਨਤੀ, ਬਿਲਕੁਲ ਇਹਦੇ ਵਿੱਚ ਜਿਹੜੀ ਆ ਪਾਗਲਪਨ ਵਾਲੀ ਵੀ ਜਿਹੜੀ ਇੱਕ ਚੋਰ ਮੋਰੀ ਰੱਖੀ ਉਹਨੂੰ ਬੰਦ ਕੀਤਾ ਜਾਏ। ਤੇ ਸਭ ਤੋਂ ਅਹਿਮ ਮੰਗ ਜਿਹੜੀ ਸਾਡੀ ਇਸ ਦੌਰਾਨ ਹੈਗੀ ਹੈ ਕਿ ਇੱਕ ਐਂਟੀ ਬੇਅਦਬੀ
टास्क फोर्स का गठन किया जाए जिहड़ी लैस होए उहदे कोल सारे इक्विपमेंट होण, वो जाके सिर्फ पੱਖਿਆਂ ਦੇ सिर ते इल्जाम ला के बरी ना हो जाए तो जां कर देवे। हर चीज़ की बरीकी दे नाल जांच होए। ये दोषियों के पिछे कौन है? धर्मकोट की बेअदबी हुई, वो बजुर्ग का एक चेहरा, वो पिछे कौन सी? उन्होंने किन्ने उकसाया, किन्ने उन्होंने पैसे दिते, किन्ने की कीता? इन्हां गल्लां की जांच कौन करेगा? जदों भी बेअदबी की गल होंदी है तो बरगाड़ी की तो दो चार वड्डे कांड उन्हां दी गल करके तू मैं हो जाती है, तो परनाला फिर उत्थे दा उत्थे। कोई कार्रवाई ना पिछलियां सरकारां ने कीती सी, ना ही हुण दी सरकार ने कोई अजे तक कोई ढुकवीं कार्रवाई ऐसी कीती है जो पंजाबियों नूं लग सके कि ये गंभीर ने बेअदबी के मुद्दे ते। सो अज असीं मीडिया के सामने ये बेनती करते हैं कि मुख मंत्री साहब इस मसले नूं ठंडे बस्ते च ना पाओ। इस ठंडे बस्ते च नहीं पैना, पहला भी नहीं सी पिया, पहलियां ने भी जोर लाया सी, पहला भी ठंडे बस्ते च नहीं सी पिया, ना हुण पैना। जे इनू सीरियसली लो तो ये जिहड़ी धारा आ इनू सख्त करो। मौत की सज़ा जिद्दां हुंदी है किसी के कतल के मामले च, गुरु ग्रंथ साहब के तुसीं तां देखदे होवोगे, असीं भी देखते हैं जाके, महाराज दे छुरे मारे ने अंगां दे उत्ते, चाकू मारे जांदे ने। किसी के प्यो की 400 बार पग ला दे तो फिर उन्हें कोई शांत रह, किन्ना क शांत रह सकता? आपां सारे आपां रिश्तियां च आना, हौ पूत तेरा तू बाप मेरा। गुरु ग्रंथ साहब साडे पिता ने, एक पिता एक इसके हम बारक, असीं सारे ही उन्होंने सिर नवाउने आ। उत्थे बाबा कबीर साहब बैठे ने, नामदेव जी बैठे, रविदास जी बैठे ने, सारे धर्मां 15 भगत बैठे ने, मुसलमान भी बैठे ने, ब्राह्मण भी बैठे ने। उन्हां दी बेअदबी करने वाले पता नहीं किहड़े बद दिमाग लोग ने, पर इन्हां बद दिमागां नूं ठीक किहने करना है? एक तो साडा धार्मिक लोगों का, धार्मिक संस्थावां का फर्ज है, तो दूजा सरकार का भी फर्ज है कि इनू मजाक ना बनाया जाए। जो मजाक बनया होया कि 3 महीने बाद अगला जमानत ते बाहर आण के टीचरां करदा, ये ऑन रिकॉर्ड गल्लां ने, टीचरां करदे ने, की कर लिया जे साडा? ते हुण जे कोई गुस्से च आके कुछ उल्टी सीधी घटना वापरदी है तो फिर उसनूं बर्बरता कहा जाता है, उन्होंने क्रूअल्टी कहा जाता है। अज बड़ी क्रूअल्टी हो गई, अज आ हो गया। कई मीडिया ने यह भी कहा सी दरबार साहब बड़ा उहदे ते अत्याचार हो गया, पर की करे जे कोई बंदा उस पवित्र धाम के उत्ते भी आके अटैक करता, तो असीं नहीं चाहते कि आम लोगों को, आम पब्लिक को यह काम करना पे। ये काम कानून करे, हाँ कानून क्यों ना करे? साडी अज दी यही मंग है कि कानून दे घाड़े 92 पंजाब ने विधान सभा दे विच भेजे ने आम आदमी पार्टी दे। वो हुण एवें एक दूजे तो अखां ना छुपाउण, लोकां तो अखां ना चुराउण। हुण काम करन दा वेला है, ते सब तो जरूरी काम है। जे इदां ही अग्गां लगदियां रहियां ते अग्गां जिहड़ियां फिर तैनूं जिहड़ी गवांढी दे लगी, पड़ोसी के जूहा जो अपने भी जान, वो किते भी लग सकती है। ते असीं नहीं चाहुंदे कि पंजाब बड़ी मुश्किल दे नाल इत्थे शांति बहाल हुई है, इस शांति नूं कोई आँच आए। सो ये बेनती साडी तुसीं सरकारां तक पहुँचा दिओ। ते एक संगतां तक एक बेनती पहुँचाउणा चाहुंदे आ, उन्हां संगतां तक जिहड़े गुरु घर की बिल्डिंग तो बना लेंदे ने, एक कमेटी भी बना लेंदे ने, एक ग्रंथी नहीं रखण जोगे। 5 गुरु ग्रंथ साहब जी के महाराज के स्वरूप उत्थे की कर रहे सी, की लोड़ सी? तखत साहब तो महज 500 मीटर की दूरी के उत्ते गुरुद्वारा साहब है। एक बरादरी ने अपने वास्ते वखरा बना लिया। आपां बरादरियां दे एक पिता एक इसके हम बारिक, उस गुरु दे असीं चेले हो के ते असीं बरादरियां दे नां ते गुरु घर बनाउणे, एक सारा कुछ कदों छड्डांगे? की पल्ले पल्ले रह जांदा? ना उत्थे ग्रंथी सिंह, ना कोई प्रबंधक सामने आ रहा। तो किड्डी साडे वास्ते एक हासोहीणी गल है कि उत्थों महज मैनूं लगदा किलोमीटर तो भी घट 500 मीटर के डिफरेंस के उत्ते तखत साहब है, तो करीब 7 घंटे तक तखत साहब तक खबर नहीं पहुंची। ये साडे दोनों पक्षों तो एड्डी वड्डी अनगेली, सानूं पता ही नहीं कि एड्डे वड्डे कारे हो रहे हैं। तो इसनूं इन्ना सच वो लफ्ज़ भी नहीं साडे कोल वरते जाते, जो हालत बन गई है। साडे बड़े बड़े अहुदेदार मूसे वाले दे भोग ते तां जा सकते हैं, पर उत्थे नहीं गए। मैं ना नहीं लेना चाहता, इस वेले दिल दुखिया पिया है। जिन्हां दे सिर ते जिम्मेवारी है, वो अपनी रेजिडेंस तो 500 मीटर ते जा के बेअदबी वाले स्थान ते नहीं पहुंचते। की करेगा पंथ उत्थे? ਤੁਹਾਡੀ ਸੰਸਥਾ ਸਰਕਾਰ ਤੋਂ ਭਗਵੰਤ ਮਾਨ ਤੋਂ ਮੰਗ ਕਰ ਰਹੀ ਹੈ ਕਿ ਇਹਦੇ ਬਾਰੇ ਸਪੈਸ਼ਲ ਜਿਹੜੀ ਆ ਉਹ ਕੋਰਸ ਦਾ ਗਠਨ ਕੀਤਾ ਜਾਵੇ। ਹਾਂਜੀ ਹਾਂਜੀ, ਦੋਸ਼ੀਆਂ ਨੂੰ ਜਿਹੜੀ ਮੌਤ ਦੀ ਸਜ਼ਾ ਦਿੱਤੀ ਜੀ ਜੀ, ਇਹ ਤੇ ਸਰਕਾਰ ਦਾ ਪੱਖ ਆ ਗਿਆ ਜੀ। ਹਾਂਜੀ। ਚੰਗੀ ਗੱਲ ਹੈ, ਤੁਸੀਂ ਮੰਗ ਕਰ ਰਹੇ ਹੋ ਜੀ।
ਪਰ ਇਹ ਧਾਰਮਿਕ ਪੱਖ ਵੀ ਆ, ਕੋਈ ਸਿੰਘ ਸਾਹਿਬ ਨੂੰ ਜਾਂ ਸ਼੍ਰੋਮਣੀ ਕਮੇਟੀ ਨੂੰ ਵੀ ਕੋਈ ਤੁਸੀਂ ਮੈਮੋਰੰਡਮ ਦੇਵੋਗੇ ਜਾਂ ਮਿਲੇ ਹੋ ਜਾਂ ਮਿਲਣਾ? ਇਹਨਾਂ ਨੂੰ ਅਸੀਂ ਮਿਲੇ ਹੋਏ ਹਾਂ ਜੀ। ਆਰੰਭਤਾ ਹੀ ਇੱਥੋਂ ਹੋਈ ਸੀ। ਜਿਹੜੀ ਸਾਡੀ ਲਹਿਰ ਦੀ ਆਰੰਭਤਾ ਹੈ ਉਹ 1 ਸਤੰਬਰ ਨੂੰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਹੋਰਾਂ ਨੇ ਸਾਡੇ ਨਾਲ ਖੜੇ ਹੋ ਕੇ ਕਰਵਾਈ ਸੀ। ਉਹਨਾਂ ਨੇ ਅਰਦਾਸ ਕੀਤੀ ਸੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ। ਪ੍ਰਧਾਨ ਸਾਹਿਬ ਦੇ ਨਾਲ ਸਾਡੀ ਮੀਟਿੰਗ ਹੁੰਦੀ ਹੈ, ਸਿੰਘ ਸਾਹਿਬ ਦੇ ਨਾਲ ਵੀ ਆਰੰਭਤਾ ਤੇ ਮੀਟਿੰਗ ਹੋਈ ਸੀ। ਪਰ ਇਹਨਾਂ ਤੋਂ ਇੱਕ ਮੰਗ ਜ਼ਰੂਰ ਅੱਜ ਕਰਦੇ ਹਾਂ, ਬੜੇ ਦੁਖੀ ਹਿਰਦੇ ਨਾਲ ਕਰਦੇ ਹਾਂ ਕਿ ਜੇ ਕਿਤੇ ਬੇਅਦਬੀ ਦੀ ਘਟਨਾ ਹੁੰਦੀ ਹੈ ਨਾ, ਉੱਥੇ ਪਹੁੰਚਿਆ ਤਾਂ ਕਰੀਏ। ਹੁਣ ਅੱਜ ਬੜਾ ਦੁੱਖ ਲੱਗਾ ਜੋ ਸਾਨੂੰ ਪਤਾ ਲੱਗਿਆ ਕਿ ਉਸ ਸਥਾਨ ਤੇ ਸਿੰਘ ਸਾਹਿਬ ਵੀ ਨਹੀਂ ਪਹੁੰਚੇ। ਬੜਾ ਦੁੱਖ ਲੱਗਿਆ ਇਸ ਗੱਲ ਦਾ ਕਿ ਵੇਖੋ ਗੁਰੂ ਗ੍ਰੰਥ ਸਾਹਿਬ ਚਾਹੇ ਕਿਤੇ ਵੀ ਪ੍ਰਕਾਸ਼ਮਾਨ ਨੇ, ਗੁਰੂ ਗ੍ਰੰਥ ਸਾਹਿਬ ਨੇ। ਅਕਾਲ ਤਖਤ ਦੇ ਜਥੇਦਾਰ ਨੇ ਪਿਛਲੇ ਸਮਿਆਂ 'ਚ ਕਿਹਾ ਸੀਗਾ ਕਿ ਜਿਹੜੇ ਘਰਾਂ ਦੇ ਵਿੱਚ ਸ਼ਾਰਟ ਸਰਕਟ ਨਾ ਅੱਗ ਲੱਗੇਗੀ ਜਾਂ ਬੇਇੱਜ਼ਤੀ ਹੋਏਗੀ, ਉੱਥੋਂ ਦੇ ਗੁਰੂ ਘਰਾਂ ਵਾਲੇ ਪ੍ਰਬੰਧਕ ਕਮੇਟੀਆਂ ਵੀ ਜ਼ਿੰਮੇਵਾਰ ਹੋਣਗੀਆਂ ਜੀ, ਤੇ ਉਹਨਾਂ ਨੂੰ ਤਲਬ ਕੀਤਾ ਜਾਏਗਾ ਅਕਾਲ ਤਖਤ ਤੋਂ। ਮੇਰਾ ਖਿਆਲ ਅਜੇ ਤੱਕ ਸ਼ਾਇਦ ਕੋਈ ਕਿਸੇ ਨੂੰ ਅਜੇ ਤੱਕ ਬੁਲਾਇਆ ਨਹੀਂ ਕੋਈ ਇਦਾਂ ਦੀ ਕਾਰਵਾਈ। ਜਥੇਦਾਰ ਦੀ ਕਾਰਜਸ਼ੈਲੀ ਬਾਰੇ ਕੀ ਕਹਿਣਾ ਚਾਹੁੰਦੇ ਹੋ ਜਾਂ ਸ਼੍ਰੋਮਣੀ ਕਮੇਟੀ ਦੀ ਕਾਰਜਸ਼ੈਲੀ ਬਾਰੇ? ਦੇਖੋ ਇਹਨਾਂ ਨੂੰ ਵੀ ਜ਼ਿਆਦਾ ਸੀਰੀਅਸ ਹੋਣਾ ਪਏਗਾ। ਇੰਨਾ ਸੌਖਾ ਮਸਲਾ ਨਹੀਂ ਹੈ ਕਿ ਆਪਾਂ ਦੇਖੋ ਜੇ ਲਫ਼ਜ਼ ਜੇ ਇੱਕ ਹੁੰਦਾ ਕਿ ਆਪਾਂ ਕਵਰ ਕਰਦੇ ਆ, ਤੇ ਜੇ ਸਿੱਧੇ ਲਫ਼ਜ਼ਾਂ 'ਚ ਆਖੀਏ ਕਿ 400 ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਕਰਵਾ ਕੇ ਆਪਾਂ ਲੈ ਕੇ ਹੀ ਆਏ ਆ ਨਾ। ਜੇ ਕਿਸੇ ਦੇ ਪਿਓ ਦੀ 400 ਵਾਰ ਕੋਈ ਕੁੱਟ ਹੋ ਜੇ, ਕਿਸੇ ਦੇ ਕੋਈ ਸੱਟ ਲੱਗ ਜੇ ਤੇ ਉਹਦਾ ਪੁੱਤ ਅੱਗੋਂ ਕਰ ਕੁਝ ਨਾ ਸਕੇ ਤੇ ਕੀ ਉਹਦਾ ਪੁੱਤ ਦਾ ਕੀ ਅਖਤਿਆਰ ਹੈ? ਪੁੱਛਣ ਦਾ ਇੱਕ ਮਕਸਦ ਸੀ ਕਿ ਤੁਹਾਡੀ ਇੱਕ ਛੋਟੀ ਸੰਸਥਾ ਜੇ ਸ਼ੁਰੂਆਤ ਕੀਤੀ ਪਿਛਲੇ ਸਾਲ ਤੁਸੀਂ ਐਡਾ ਵੱਡਾ ਉਦਮ ਕਰ ਰਹੇ ਹੋ ਕਿ ਇਹ ਸ਼੍ਰੋਮਣੀ ਕਮੇਟੀ ਵਰਗੀਆਂ ਵੱਡੀਆਂ ਸੰਸਥਾਵਾਂ ਨੂੰ ਉਦਮ ਨਹੀਂ ਕਰਨਾ ਚਾਹੀਦਾ? ਇਹਨਾਂ ਨੂੰ ਕਰਨਾ ਚਾਹੀਦਾ, ਇਹ ਅੱਗੇ ਲੱਗਣ। ਹਾਂ, ਅਸੀਂ ਤਾਂ ਮਜਬੂਰ ਹੋ ਕੇ ਤੁਰੇ ਹਾਂ। ਅਸੀਂ ਕਿੱਦਣ ਚੱਲੇ ਹਾਂ? ਤੁਹਾਨੂੰ ਯਾਦ ਹੋਏਗਾ ਜਿੱਦਣ ਅਕਾਲ ਤਖਤ ਸਾਹਿਬ ਤੇ ਮੀਟਿੰਗ ਹੋਈ ਸੀ, ਉਹਦੇ ਤੇ ਸਿੰਘ ਸਾਹਿਬ ਨੇ ਇੱਕ ਪੜ੍ਹਿਆ ਸੀ ਪਹਿਲੋਂ, ਜਦੋਂ ਰਣਬੀਰ ਸਿੰਘ ਖੱਟੜਾ ਨੇ ਜਦੋਂ ਦੱਸਿਆ ਸਾਰੇ ਬੇਅਦਬੀ ਦੇ ਮਸਲੇ ਤੇ, ਉਹਦੇ 'ਚ ਉਹਨਾਂ ਨੇ ਕਿਹਾ ਸੀ ਕਿ 12 ਮਈ 2019 ਤੱਕ 250 ਵਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਗਈ। ਅਸੀਂ ਉਸ 250 ਦਾ ਲਫ਼ਜ਼ ਸੁਣ ਕੇ ਘਰੋਂ ਤੁਰੇ ਸੀ। ਤੁਸੀਂ ਜਾਣਦੇ ਹੋ ਅਸੀਂ ਵੀ ਤੁਹਾਡੇ ਵਿੱਚੋਂ ਹੀ ਆ। ਸਾਡੀ ਵੀ ਰੋਜ਼ੀ ਰੋਟੀ ਹੋਰ ਸੀ ਕੁਝ। ਇਹ ਟੋਟਲੀ ਨਿਸ਼ਕਾਮ ਭਾਵਨਾ ਦੇ ਨਾਲ ਅਸੀਂ ਚੱਲੇ ਹੋਏ ਹਾਂ। ਪਿਛਲੇ 6-7 ਮਹੀਨਿਆਂ ਤੋਂ ਅਨੰਦਪੁਰ ਸਾਹਿਬ ਦੇ ਖੇਤਰ ਦੇ ਵਿੱਚ ਉੱਥੇ ਰਹਿ ਕੇ ਕੰਮ ਕਰਦੇ ਪਏ ਹਾਂ। ਹੁਣ ਅਸੀਂ ਇੱਥੇ ਮਾਝੇ ਦੇ ਵਿੱਚ ਆ ਗਏ ਹਾਂ। ਇੱਥੇ 21 ਦਿਨਾਂ ਦਾ ਸਮਾਗਮ 9 ਤਰੀਕ ਤੋਂ ਲੈ ਕੇ 21 ਤਰੀਕ ਤੱਕ ਸ਼ਹੀਦਗੰਜ ਬਾਬਾ ਬੋਤਾ ਸਿੰਘ, ਬਾਬਾ ਗਰਜਸ ਸਿੰਘ ਦੇ ਸਥਾਨ ਤੇ ਜਿਹੜੇ ਚੱਲਦੇ ਪਏ ਨੇ। ਰੋਜ਼ਾਨਾ 3 ਵਜੇ ਤੋਂ ਲੈ ਕੇ 4:30 ਵਜੇ ਤੱਕ ਉੱਥੇ ਸਮਾਗਮ ਚੱਲਦੇ ਪਏ ਨੇ। ਉੱਥੇ ਕਰੀਬ 5 ਤੋਂ ਲੈ ਕੇ 10 ਪਿੰਡਾਂ ਦੀ ਸੰਗਤ ਰੋਜ਼ਾਨਾ ਆਉਂਦੀ ਹੈ। ਸੋ ਅਸੀਂ ਸੰਗਤਾਂ ਨੂੰ ਵੀ ਜਾਗਰੂਕ ਕਰ ਰਹੇ ਹਾਂ। ਗੱਲ ਇਹ ਹੈ ਕਿ ਸਾਡੀ ਗੱਲ ਤਾਂ ਛੋਟੀ। ਅੱਜ ਸਵੇਰੇ ਅਸੀਂ ਜਦੋਂ ਆਪਣੀ ਮੀਟਿੰਗ ਕੀਤੀ ਇਸ ਮਸਲੇ ਤੇ ਸਾਰੇ ਵੀਰਾਂ ਦੇ ਨਾਲ ਆਨਲਾਈਨ ਹੀ ਕੀਤੀ, ਕਿਉਂਕਿ ਦੂਰ ਦੂਰ ਬੈਠੇ ਸੀ। ਗੱਲ ਇਹੀ ਆਈ ਕਿ ਜੀ ਤਾਂ ਇਹ ਕਰਦਾ ਕਿ ਇੱਕੋ ਦਿਨ 'ਚ ਸਾਰੇ ਪੰਜਾਬ ਦੇ ਵਿੱਚ ਇੱਕ ਹੋਕਾ ਚਲਾ ਜਾਏ ਕਿ ਆਪਣੇ ਆਪਣੇ ਗੁਰੂ ਘਰ ਸਾਂਭ ਲਓ, ਆਪਣੇ ਆਪਣੇ ਗੁਰੂ ਘਰ ਦਾ ਪ੍ਰਬੰਧ ਸਾਂਭ ਲਓ। ਇੱਕ ਪਰਿਵਾਰ ਇੱਕ ਦਿਨ ਦੀ ਸੇਵਾ ਲੈ ਲੇ, ਬੇਅਦਬੀਆਂ ਰੁਕ ਸਕਦੀਆਂ ਨੇ, ਰੁਕੀਆਂ ਹੋਈਆਂ ਨੇ। ਜਿੰਨਾ ਗੁਰੂ ਘਰਾਂ ਦੇ ਵਿੱਚ ਸੇਵਾਦਾਰ ਰਹਿੰਦਾ, ਵੇਖੋ ਜਿਹੜਾ ਗੁਰੂ ਘਰ ਬਿਲਕੁਲ ਸੁੰਨਾ ਹੈ, ਜਿੱਦਾਂ ਇਹ ਗੁਰੂ ਘਰ ਬਿਲਕੁਲ ਸੁੰਨਾ ਸੀ, ਸਵੇਰੇ ਦਿਨ ਵੇਲੇ ਵੀ ਸੁੰਨਾ ਤੇ ਰਾਤ ਨੂੰ ਸੁਖਾਸਨ ਹੋਰ ਕੋਈ ਕਰਦਾ ਸੀ, ਉਹ ਸੁਖਾਸਨ ਕਰਕੇ ਚਲ ਗਿਆ, ਸਵੇਰੇ ਪ੍ਰਕਾਸ਼ ਵਾਲਾ ਹੋ ਰਿਹਾ। ਸੋ ਐਸੇ ਪ੍ਰਬੰਧਾਂ ਦੇ ਵਿੱਚ ਵੇਖੋ ਸਾਡੀਆਂ ਜਿਹੜੀਆਂ ਊਣਤਾਈਆਂ ਨੇ, ਇਹਦੇ ਤੇ ਸ਼੍ਰੋਮਣੀ ਕਮੇਟੀ ਨੂੰ ਵੀ ਬੜੇ ਸੀਰੀਅਸ ਹੋ ਕੇ ਤੇ ਇੱਕ ਪ੍ਰੈਕਟੀਕਲ, ਸਿਰਫ ਗੱਲਾਂ ਨਾਲ, ਸਿਰਫ ਬਿਆਨ ਦੇ ਨਾਲ ਨਹੀਂ ਗੱਲ ਬਣਨੀ। ਜੇ ਬਿਆਨ ਨਾਲ ਗੱਲ ਬਣਨੀ ਹੁੰਦੀ ਤੇ 2015 ਤੋਂ ਬਣ ਚੁੱਕੀ ਹੋਣੀ ਸੀ। ਇਹ ਬਿਆਨ ਦੇ ਨਾਲ ਨਹੀਂ, ਇੱਕ ਗਰਾਊਂਡ ਲੈਵਲ ਤੇ ਜਾ ਕੇ ਕੰਮ ਕਰਨਾ ਪਏਗਾ। ਭਗਵੰਤ ਮਾਨ ਨੂੰ ਸੀਐਮ ਨੂੰ ਅਪੀਲ ਕਰ ਰਹੇ ਹੋ, ਹੁਣ ਚੋਣਾਂ ਆ ਰਹੀਆਂ ਕਿ ਜ਼ਰੂਰ ਹਲਕੇ 'ਚ ਜਾ ਕੇ ਵੀ ਆਪਣੀ ਗੱਲ ਨਹੀਂ, ਉਹ ਸਾਨੂੰ ਕਰਨਾ ਪਏਗਾ। 2022 ਦੇ ਵਿੱਚ ਆਲਰੇਡੀ ਕਿਹਾ ਜਾਂਦਾ ਸੀ ਕਿ 12 ਘੰਟਿਆਂ ਦੇ ਵਿੱਚ ਕਲਪਿਟ ਫੜੇ ਜਾ ਸਕਦੇ ਜੀ ਜੀ। ਪ੍ਰਤਾਪ ਸਿੰਘ ਦੀ ਰਿਪੋਰਟ ਆਉਂਦੀ ਬਿਲਕੁਲ ਜੀ, ਲੇਕਿਨ 90 ਦਿਨ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਹੈ ਜੀ। ਅਜੇ ਤੱਕ ਗੱਲ ਸੁਣਨ ਨੂੰ ਰਾਜੀ ਨਹੀਂ ਗਏ ਉਹ। ਤੇ ਜੇ ਮਜਬੂਰੀ ਹੋਈ ਤੇ ਅਸੀਂ ਫਿਰ ਉੱਥੇ ਵੀ ਲਾਵਾਂਗੇ। ਸੰਗਰੂਰ ਕਿਤੇ ਪਰੇ ਤਾਂ ਨਹੀਂ ਚੱਲ ਜਾਣਾ। ਲੱਗਦਾ ਕੁਵਤ ਵਿਜੇ ਪ੍ਰਤਾਪ ਸਿੰਘ ਨੂੰ ਗ੍ਰਹਿ ਮੰਤਰਾਲਾ ਦੇਣਾ ਚਾਹੀਦਾ ਜਿਸ ਤਰ੍ਹਾਂ ਉਹਨੂੰ ਲਿਆਂਦਾ ਗਿਆ ਸੀ। ਵੇਖੋ ਜੀ, ਜਿੱਦਾਂ ਲਿਆਂਦਾ ਗਿਆ ਸੀ, ਤੁਸੀਂ ਅੰਮ੍ਰਿਤਸਰ ਵਾਲੇ ਬਿਹਤਰ ਜਾਣਦੇ, ਇੱਥੇ ਤਾਂ ਵਾਅਦਾ ਹੋਇਆ ਸੀ ਵੀ ਹਾਂ ਇਹਨਾਂ ਨੂੰ, ਕਿਉਂਕਿ ਜਿਸ ਕੰਮ ਵਾਸਤੇ ਉਹਨਾਂ ਨੇ ਆਪਣੀ ਏਡੀ ਵੱਡੀ ਕੁਰਸੀ ਛੱਡੀ ਸੀ ਕੁੰਵਰ ਵਿਜੇ ਪ੍ਰਤਾਪ ਹੋਰਾਂ ਨੂੰ, ਇਹ ਜਿਹੜੀ ਜ਼ਿੰਮੇਵਾਰੀ ਮੇਰੇ ਖਿਆਲ ਨਾਲ ਦਿੱਤੀ ਜਾਂਦੀ ਤੇ ਹੁਣ ਤੱਕ ਇਹ ਕੰਮ ਹੋ ਚੁੱਕਾ ਹੋਣਾ ਸੀ, ਕਿਸੇ ਬੰਨੇ ਗੱਲ ਲੱਗੀ ਹੋਣੀ ਸੀ। ਹੁਣ ਕਾਸਰੀਆਂ ਵੀ ਲਗਾਈਆਂ ਜਾ ਰਹੀਆਂ ਕਿ ਕੁਝ ਜਿਹੜੇ ਵੱਡੇ ਐਮਐਲਏ ਜਿਨ੍ਹਾਂ ਵਿੱਚ ਹੋਰ ਵਿਜੇ ਪ੍ਰਤਾਪ ਸਿੰਘ ਦਾ ਨਾਮ ਵੀ ਲਿੱਤਾ ਜਾ ਰਿਹਾ ਕਿ ਸ਼ਾਇਦ ਬੀਜੇਪੀ ਚ ਨਾ ਚਲੇ ਜਾਣ, ਕਿਉਂਕਿ ਆਮ ਆਦਮੀ ਪਾਰਟੀ ਚ ਨਹੀਂ। ਦੇਖੋ ਜੀ, ਇਹ ਇੱਕ ਅਲੱਗ ਇਸ਼ੂ, ਆਪਾਂ ਇਹਦੇ ਤੇ ਕਮੈਂਟ ਨਹੀਂ ਕਰਨਾ ਚਾਹੁੰਦੇ। ਸਾਡਾ ਤਾਂ ਮਸਲਾ ਇਹ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਨੂੰ ਰੋਕੋ, ਧਾਰਮਿਕ ਲੋਕੋ, ਤੁਸੀਂ ਵੀ ਰੋਕੋ। ਆਮ ਸੰਗਤ ਰੋਕ ਸਕਦੀ ਹੈ। ਇੱਕ ਪਰਿਵਾਰ ਇੱਕ ਦਿਨ ਦੀ ਸੇਵਾ ਲੈ ਲੇ ਜਾਂ 2-2 ਘੰਟੇ ਦੀ ਸੇਵਾ ਲਾ ਲਓ, ਤੇ ਜਾਂ ਇੱਕ ਹੋਰ ਜੁਗਤੀ ਹੈ
24 ਮਿੰਟ ਇੱਕ ਘੜੀ ਦੀ ਸੇਵਾ ਜੇ ਆਪਾਂ ਲੜੀਵਾਰ ਇੱਕ ਵਾਰੀ ਸਿਰ ਲਾ ਲਈਏ, ਬੇਅਦਬੀਆਂ ਰੁਕ ਸਕਦੀਆਂ ਜੇ। ਗੁਰੂ ਘਰਾਂ ਦੇ ਵਿੱਚ ਜਿਹੜੇ ਬਾਰ-ਬਾਰ ਜ਼ਖਮ ਜਿਹੜੇ ਵੱਜਦੇ ਪਏ ਨੇ, ਇਹ ਜ਼ਖਮ ਹੀ ਜਿਹੜੇ ਨੇ ਧਾਰਮਿਕ ਜਜ਼ਬਾਤ ਜਿਹੜੇ ਨੇ ਬੜੇ ਖਤਰਨਾਕ ਹੁੰਦੇ ਨੇ। ਅੰਮ੍ਰਿਤਸਰ ਦੇ ਲੋਕਾਂ ਨੇ ਸਾਰਾ ਕੁਝ ਦੇਖਿਆ ਹੋਇਆ, 78 ਤੋਂ ਲੈ ਕੇ ਕਿਹੜਾ ਆਪਾਂ 92 ਤੱਕ ਜੋ ਸਮਾਂ ਹੰਢਾਇਆ। ਜਜ਼ਬਾਤਾਂ ਨੂੰ ਕਿਉਂ ਭੜਕਾ ਰਹੀਆਂ ਨੇ ਸਰਕਾਰਾਂ? ਅਸੀਂ ਇਹੀ ਅਪੀਲ ਕਰਦੇ ਹਾਂ ਤੇ ਨਾਲ ਹੀ ਨਾਲ ਆਪਣੇ ਧਾਰਮਿਕ ਅਹੁਦਿਆਂ ਤੇ ਬੈਠੀਆਂ ਜਿਹੜੀਆਂ ਉੱਚ ਹਸਤੀਆਂ ਨੇ, ਸਾਡੇ ਲਈ ਸਾਰੀਆਂ ਸਤਿਕਾਰਯੋਗ ਨੇ, ਪਰ ਇਸ ਗੱਲ ਤੇ ਸੀਰੀਅਸ ਹੋਈਏ। ਇੱਕ ਬਿਲਕੁਲ ਮਾਸਟਰ ਪਲਾਨ ਇਹਦਾ ਤਿਆਰ ਹੋਣਾ ਚਾਹੀਦਾ। ਜਿੱਦਾਂ ਅਸੀਂ ਉੱਥੋਂ ਮੰਗ ਕਰਦੇ ਪਏ ਹਾਂ ਨਾ ਕਿ ਇੱਕ ਐਂਟੀ ਬੇਅਦਬੀ ਟਾਸਕ ਫੋਰਸ ਜਿਹੜੀ ਕਾਇਮ ਹੋਣੀ ਚਾਹੀਦੀ ਆ, ਇਦਾਂ ਹੀ ਇੱਕ ਮਾਸਟਰ ਪਲਾਨ ਜਿਹੜਾ ਵਾ ਉਹ ਤਿਆਰ ਹੋਣਾ ਚਾਹੀਦਾ ਪੰਥਕ ਲੈਵਲ ਤੇ। ਜੇ ਪੰਜਾਬ 'ਚ 400 ਬੇਅਦਬੀਆਂ ਹੋ ਗਈਆਂ ਤੇ ਆਪਾਂ ਕਿੱਦਾਂ ਸੌਂ ਸਕਦੇ ਹਾਂ? ਆਪਾਂ ਕਿੱਦਾਂ ਆਰਾਮ ਨਾਲ ਬਹਿ ਸਕਦੇ ਹਾਂ? ਇਹਨਾਂ ਨੂੰ ਡੱਕਣ ਵਾਸਤੇ ਅਸੀਂ ਕੀ ਕਰਨਾ? ਇਹ ਸਾਡੀਆਂ ਬੇਨਤੀਆਂ ਨੇ। ਬਾਕੀ ਅਸੀਂ ਜਿੰਨੇ ਜੋਗੇ ਹੈਗੇ ਆ ਅਸੀਂ ਲੱਗੇ ਆ ਤੇ ਲੱਗੇ ਰਵਾਂਗੇ। ਹੋਰ ਤੁਹਾਡਾ ਜੇ ਕੋਈ ਸਵਾਲ ਪੰਜਾਬ ਦੇ ਮੁੱਖ ਮੰਤਰੀ ਤੋਂ ਆਸ ਹੈ ਤੁਹਾਨੂੰ? ਜਿਸ ਤਰੀਕੇ ਨਾਲ ਤੁਸੀਂ 20 ਦਿਨ ਤੋਂ ਲਗਾਤਾਰ ਮਿਲਣ ਦੀ ਕੋਸ਼ਿਸ਼ ਕਰ ਰਹੇ ਹੋ, ਮਿਲਣ ਨਹੀਂ ਦਿੱਤਾ ਜਾ ਰਿਹਾ, ਕੀ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਮਿਲਣਗੇ ਤੁਹਾਨੂੰ? ਅਗਰ ਮਿਲਦੇ ਆ ਤੇ ਜਿਹੜੀ ਤੁਸੀਂ ਮੰਗ ਰੱਖੀ ਹੈ ਐਂਟੀ ਟਾਸਕ ਬੇਦਬੀ ਵਾਲੀ, ਉਹ ਮੰਗ ਪੂਰੀ ਹੋ ਸਕਦੀ ਹੈ? ਨਹੀਂ, ਵੇਖੋ ਜੀ, ਮੰਗ ਰੱਖਾਂਗੇ ਤੇ ਕਈ ਵਾਰੀ ਹੁੰਦਾ ਮੰਗਾਂ ਜੇ ਮੰਗੀਆਂ ਨਾ ਜਾਣ ਤੇ ਫਿਰ ਕਿਸਾਨੀ ਮੋਰਚਾ ਅਜੇ ਭੁੱਲਿਆ ਨਹੀਂ। ਅਜੇ ਕਿਸਾਨ, ਪੰਜਾਬ ਦੇ ਕਿਸਾਨ ਇੱਥੇ ਆ ਕੇ ਬੈਠੇ ਹੋਏ ਨੇ, ਉਹ ਸਾਡੇ ਹੀ ਭਰਾ ਨੇ। ਅਸੀਂ ਵੀ ਉੱਥੇ 1 ਸਾਲ ਲਾ ਕੇ ਆਏ ਹੋਏ ਹਾਂ ਤੇ ਫਿਰ ਉਹ ਮੋਰਚੇ ਲਾਉਣੇ ਵੀ ਆਉਂਦੇ ਨੇ। ਜੇ ਅਸੀਂ ਆਪਣੀ ਰੋਜ਼ੀ ਰੋਟੀ ਵਾਸਤੇ ਮੋਰਚਾ ਲਾ ਸਕਦੇ ਤੇ ਆਪਣੇ ਗੁਰੂ ਦੀ ਆਨ ਸ਼ਾਨ ਦੇ ਵਾਸਤੇ ਵੀ ਮੋਰਚਾ ਲਾ ਸਕਦਾਂਗੇ ਤੇ ਲਾਵਾਂਗੇ। ਇਹ ਐਵੇਂ ਨਹੀਂ, ਇਹ ਫਸਟ ਸਟੈਪ ਹੁੰਦਾ, ਕਿਉਂਕਿ ਕੋਈ ਵੀ ਕੰਮ ਉਹਦਾ ਪ੍ਰੋਸੀਜਰ ਹੈ। ਅਸੀਂ ਉਹਨਾਂ ਨੂੰ ਮੈਮੋਰੈਂਡਮ ਦੇਵਾਂਗੇ, ਮੰਗ ਰੱਖਾਂਗੇ। ਚੰਨੀ ਸਾਹਿਬ ਨੂੰ ਵੀ ਦਿੱਤਾ ਸੀ, ਰੰਧਾਵਾ ਸਾਹਿਬ ਨੂੰ ਵੀ ਦਿੱਤਾ ਸੀ, ਆਪਣੇ KP ਰਾਣਾ ਸਾਹਿਬ ਨੂੰ ਵੀ ਉਦੋਂ ਦਿੱਤਾ ਸੀ ਵੀ ਸੈਸ਼ਨ ਆ ਰਿਹਾ। ਉਦੋਂ ਵੀ ਸੈਸ਼ਨ ਇੱਕ ਸਪੈਸ਼ਲ ਆਇਆ ਸੀ, ਪਰ ਕਰਦੇ ਹੀ ਕੁੱਖ ਨਹੀਂ। ਤੇ ਜਿਹੜਾ ਕਰਦਾ ਕੱਖ ਨਹੀਂ ਉਹਦਾ ਹਾਲ ਆਪਾਂ ਨੂੰ ਪਤਾ ਹੀ ਹੈ ਪੰਜਾਬੀ ਕੀ ਕਰਦੇ ਨੇ। ਸੋ ਆਪਾਂ ਇਹ ਜਿਹੜੀ ਮੰਗ ਰੱਖ ਰਹੇ ਆ ਤੇ ਮੰਗ ਮਨਵਾਉਣੀ ਪਏਗੀ, ਜਿੱਦਾਂ ਵੀ ਹੋਏਗਾ ਮਨਵਾਵਾਂਗੇ। ਹੁਣ ਇਹਦਾ ਹੋਰ ਹੱਲ ਕੋਈ ਨਹੀਂ। ਲੀਡ ਉਤਰਦੇ ਹੋਏ ਨਜ਼ਰ ਨਹੀਂ ਆ ਰਹੇ ਤੁਹਾਨੂੰ ਲੱਗਦਾ ਪੰਜਾਬ ਸਰਕਾਰ? ਕਿਉਂਕਿ ਕਿਆ ਕੋਸ਼ਿਸ਼ ਸੀਗਾ ਹੁਣ ਕੁਝ ਹੋ ਰਿਹਾ ਪੰਜਾਬ ਦੇ ਵਿੱਚ। ਚਲੋ ਬਾਕੀ ਸਾਰੇ ਮਸਲਿਆਂ ਤੇ ਮੈਂ ਕਮੈਂਟ ਕਰਦਾ ਚੰਗਾ ਨਹੀਂ ਲੱਗਦਾ, ਬਹੁਤ ਛੋਟਾ ਬੰਦਾ ਮੈਂ ਤਾਂ ਸਿਰਫ ਇੱਕ ਗੁਰੂ ਘਰ ਦਾ ਕੁੱਤਾ ਹੋਣ ਦੇ ਨਾਤੇ, ਗੁਰੂ ਘਰ ਦਾ ਕੁੱਕਰ ਹੋਣ ਦੇ ਨਾਤੇ ਇਹ ਦਰਦ ਤੁਹਾਡੇ ਤੱਕ ਲੈ ਕੇ ਆਇਆ। ਪਰ ਇੰਨਾ ਜ਼ਰੂਰ ਹੈ ਕਿ ਜੇ ਹੋ ਜਾਏਗਾ ਪੰਜਾਬ 'ਚ ਤੇ ਸੁੱਖ ਸ਼ਾਂਤੀ ਰਹੇਗੀ ਤੇ ਚੜ੍ਹਦੀ ਕਲਾ ਰਹੇਗੀ। ਬਾਕੀ ਇਹਦੇ ਵਿੱਚ ਮੈਂ ਵੈਸੇ ਤੁਹਾਨੂੰ ਲਿੰਕ ਵੀ ਫਾਰਵਰਡ ਕਰ ਦੇਵਾਂਗਾ। 10 ਜਨਵਰੀ ਦਾ ਮੁੱਖ ਮੰਤਰੀ ਸਾਹਿਬ ਦਾ ਉਹ ਇਹਦੇ 'ਚ ਬਿਆਨ ਵੀ ਹੈਗਾ। ਆ ਜਿਹੜਾ ਤੁਹਾਨੂੰ ਦੇ ਰਹੇ ਨੇ ਨਾ ਪ੍ਰੈਸ ਨੋਟ, ਇਹਦੇ ਵਿੱਚ